सतनाम श्री वाहेगुरु जी। बहुता कर्म लिखिया ना जाए, दाता तिल ना तमाए। बहुता कर्म लिखिया ना जाए, बड़ा दाता तिल ना तमाए। केते मंग है जोध अपार, केते अगंत नहीं विचार। केते खप टुटे बेकार, केते लै लै मुकर पाए। केते मूर्ख खाही खाए, केत्या दुख भूख सदमार। एह भेदात तेरी दातार, बंद खलासी भाणे होए। होर आख ना सकै कोए, जे को खाए के आखण पाए। ओह जाने जेतिया मोह खाए, आपे जाने आपे दे। आखे से फेके के, जिसनो बख्शे सिफत सलाह। नानक पातशाही पातशाह, जिसनो बख्शे सिफत सलाह। नानक पातशाही पातशाह, बहुता कर्म लिखिया ना जाए। वाहिगुरु जी का खालसा, वाहिगुरु जी की फतेह। परम सन्मानयोग सतगुरु महाराज दी साजी नवाजी होई। गुरु खालसा साध संगत जीओ, सतगुरु ने अपार बख्शिश कीती। आप संगतां सतगुरु दे पावन पवित्र सोहणे दरबार दियां हाजरियां भर रहे हो। सतगुरु दी पावन बाणी दा फरमान है, दर्शन को लोचै सब कोई, पूरे भाग प्राप्त होई। चाहुंदा ते हर कोई है कि मैं जाके सतगुरु दे दर्शन दीदार करां, पर हजूर फरमाउंदे हन, केवल चाहण दे नाल ही गल नहीं बन जांदी। पूरे भाग प्राप्त होई, पूरे भागां दे नाल ही सतगुरु दे दर्शन दीदार हुंदे हन। जिन्हां नूं सतगुरु दे दर्शन दीदार हो जांदे हन, फिर उन्हां ते गुरु दी नज़रे अनायत, नज़रे करम, किरपा दृष्टि भी हो जाती है। जिन्हां ते सतगुरु दी नज़रे अनायत हो जाती है और उन्हां नूं सब दातां सब बख्शां भी प्राप्त हो जांदियां। जिन को नदर करम तिन कार, नानक नदरी नदर निहाल। आप संगतां वडभागी हो, सतगुरु दी नदरे करम नूं प्राप्त करन दे लई सतगुरु दे दरबार दे विच आए हो। सतगुरु दे दर्शन दीदारे कर रहे हो। धन गुरु नानक देव महाराज सच्चे पातशाह आप नारायण कला तार जग में परवरियो। निरंकार आकार जोत जग मंडल करियो। गुरु परमेश्वर
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਸ਼੍ਰੀ ਜਪਜੀ ਸਾਹਿਬ ਜੀ ਦੀ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। 24 ਪੌੜੀਆਂ ਦੀ ਕਥਾ ਗੁਰੂ ਕਿਰਪਾ ਦੁਆਰਾ ਪਿੱਛੇ ਸੰਪੂਰਨ ਹੋਈ ਹੈ। 25ਵੀਂ ਪੌੜੀ ਦੀ ਕਥਾ ਵਿਚਾਰ ਆਰੰਭ ਹੋ ਰਹੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਕਮਲਾਂ ਵਿਖੇ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬ ਨਿਵਾਜ ਸਤਿਗੁਰੂ ਜੀਓ, ਆਪ ਕਿਰਪਾ ਕਰੋ, ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੀ ਬਖਸ਼ਿਸ਼ ਦੇ ਬਾਰੇ ਦੱਸੋ। ਉਹ ਕਿਤਨੀ ਮਹਾਨ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ 25ਵੀਂ ਪੌੜੀ ਦੇ ਅੰਦਰ ਜੋ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੈ, ਉਹ ਸਭ ਤੋਂ ਵੱਡੀ ਬਖਸ਼ਿਸ਼ ਹੈ, ਸਭ ਤੋਂ ਮਹਾਨ ਹੈ, ਸਭ ਤੋਂ ਉੱਤਮ ਹੈ, ਸਭ ਤੋਂ ਸ੍ਰੇਸ਼ਟ ਹੈ। ਉਹਦੇ ਬਾਰੇ ਸਾਨੂੰ ਸਮਝਾ ਰਹੇ ਹਨ। ਆਪ ਸੰਗਤਾਂ ਬਹੁਤ ਪ੍ਰੇਮ ਤੇ ਇਕਾਗਰਤਾ ਦੇ ਨਾਲ ਇਸ ਪਾਵਨ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਬਹੁਤਾ ਕਰਮ ਲਿਖਿਆ ਨਾ ਜਾਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੇ ਸੰਬੰਧ ਵਿੱਚ ਉਚਾਰਨ ਕਰ ਰਹੇ ਹਨ। ਬਹੁਤਾ ਕਰਮ, ਇਸ ਦਾ ਉਚਾਰਨ ਬਹੁਤਾ ਨਹੀਂ ਕਰਨਾ, ਹਾਹਾ ਉਚਾਰਨ ਕਰਕੇ ਬਹੁਤਾ। ਬਹੁਤਾ ਕਰਮ ਲਿਖਿਆ ਨਾ ਜਾਏ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਬਹੁਤਾ ਕਰਮ, ਉਸ ਵਾਹਿਗੁਰੂ ਪਰਮੇਸ਼ਰ ਦਾ ਕਰਮ। ਕਰਮ ਦਾ ਅਰਥ ਹੈ ਬਖਸ਼ਿਸ਼ ਦਾ ਫਲ, ਉਸ ਦੀ ਰਹਿਮਤ ਦਾ ਫਲ ਬਹੁਤ ਹੀ ਵੱਡਾ ਹੈ, ਲਿਖਿਆ ਨਾ ਜਾਏ। ਜੇ ਕੋਈ ਵਿਦਵਾਨ ਇਹ ਗੱਲ ਆਖੇ ਕਿ ਮੈਂ ਉਸ ਵਾਹਿਗੁਰੂ ਦੀ ਬਖਸ਼ਿਸ਼ ਦੇ ਫਲ ਨੂੰ ਲਿਖ ਸਕਦਾ ਹਾਂ, ਤਾਂ ਹਜ਼ੂਰ ਕਹਿੰਦੇ ਲਿਖਿਆ ਨਾ ਜਾਏ, ਉਹ ਲਿਖਿਆ ਨਹੀਂ ਜਾ ਸਕਦਾ। ਇੱਕ ਥਾਂ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਫਰਮਾਇਆ ਹੈ, ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਜਿਤਨਾ ਵੱਡਾ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ, ਉਤਨੀ ਵੱਡੀ ਹੀ ਉਹਦੀ ਦਾਤ ਹੈ। ਮਹਾਂਪੁਰਖ ਇੱਕ ਬੜੀ ਸੁੰਦਰ ਉਦਾਹਰਨ ਦਿੰਦੇ ਸਨ। ਬਾਬਾ ਫਰੀਦ ਜੀ ਇੱਕ ਮਹਾਨ ਸੂਫੀ ਸੰਤ ਸਨ। ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬਹੁਤ ਭਾਰੀ ਤਪੱਸਿਆ ਵੀ ਕੀਤੀ, ਨਾਲ ਭਗਤੀ ਵੀ ਕੀਤੀ। ਲਗਾਤਾਰ ਸਾਲਾਂ ਬੱਧੀ ਭਗਤੀ ਕਰਕੇ ਇੱਕ ਵਾਰ ਮਾਤਾ ਨੇ ਯਾਦ ਕੀਤਾ, ਆਪਣੀ ਮਾਤਾ ਨੂੰ ਮਿਲਣ ਵਾਸਤੇ ਆਪਣੇ ਨਗਰ ਪਾਕਪਟਨ ਵਿੱਚ ਆਏ। ਇਤਿਹਾਸ ਦੱਸਦਾ ਹੈ, ਮਾਤਾ ਨੇ ਹੀ ਬਾਬਾ ਫਰੀਦ ਜੀ ਨੂੰ
ਵਾਹਿਗੁਰੂ ਦੀ ਭਗਤੀ ਵਿੱਚ ਜੋੜਿਆ ਸੀ। ਛੋਟੀ ਉਮਰ ਦੇ ਅੰਦਰ ਬੱਚਿਆਂ ਨੂੰ ਮਿੱਠਾ ਖਾਣ ਦਾ ਬੜਾ ਸ਼ੌਕ ਹੁੰਦਾ ਹੈ। ਬਾਬਾ ਫਰੀਦ ਜੀ ਸ਼ੱਕਰ ਦੇ ਬੜੇ ਪ੍ਰੇਮੀ ਸਨ। ਮਾਤਾ ਨੇ ਅੰਮ੍ਰਿਤ ਵੇਲੇ ਉਠਾਉਣਾ, ਇਸ਼ਨਾਨ ਕਰਵਾਉਣ ਤੋਂ ਬਾਅਦ ਕਹਿਣਾ ਕਿ ਐ ਫਰੀਦ ਜੀ, ਤੁਸੀਂ ਹੁਣ ਰੱਬ ਦੀ ਇਬਾਦਤ ਕਰੋ। ਫਰੀਦ ਜੀ ਬੱਚੇ ਸਨ। ਮਾਤਾ ਨੂੰ ਪੁੱਛਣਾ ਕਿ ਮਾਤਾ ਜੀ ਰੱਬ ਕੀ ਦੇਵੇਗਾ, ਤਾਂ ਮਾਤਾ ਨੇ ਖੁਸ਼ ਹੋ ਕੇ ਕਹਿਣਾ, ਪੁੱਤਰ ਉਸ ਵਾਹਿਗੁਰੂ ਤੋਂ ਜੋ ਵੀ ਮੰਗੀਏ ਉਹੀ ਕੁਛ ਦਿੰਦਾ ਹੈ, ਕਿਉਂਕਿ ਸਤਿਗੁਰੂ ਦੀ ਬਾਣੀ ਦਾ ਵੀ ਫਰਮਾਨ ਹੈ, ਜੋ ਮੰਗਾ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਊਹਾਂ ਸੱਚ ਹੋਵੇ। ਬਾਬਾ ਫਰੀਦ ਜੀ ਨੇ ਬੰਦਗੀ ਸ਼ੁਰੂ ਕਰ ਦਿੱਤੀ। ਮਾਤਾ ਨੇ ਅੱਖ ਬਚਾ ਕੇ ਸ਼ੱਕਰ ਦੀ ਪੁੜੀ ਉਹਨਾਂ ਦੇ ਆਸਣ ਦੇ ਹੇਠਾਂ ਰੱਖ ਦਿੱਤੀ। ਬਾਬਾ ਫਰੀਦ ਜੀ ਜਦੋਂ ਇਬਾਦਤ ਕਰਕੇ ਹਟੇ ਤੇ ਮਾਤਾ ਨੇ ਸ਼ੱਕਰ ਦੀ ਪੁੜੀ ਕੱਢ ਕੇ ਦੇ ਦਿੱਤੀ। ਕਹਿਣ ਲੱਗੀ, ਪੁੱਤਰ ਆ ਦੇਖ, ਤੂੰ ਖੁਦਾ ਦੀ ਇਬਾਦਤ ਕੀਤੀ, ਉਸ ਰੱਬ ਦੀ ਭਗਤੀ ਕੀਤੀ, ਉਹ ਤੇਰੇ ਖਾਣ ਲਈ ਸ਼ੱਕਰ ਦੇ ਗਿਆ। ਬਾਬਾ ਫਰੀਦ ਜੀ ਸ਼ੱਕਰ ਖਾਣ ਦੇ ਪ੍ਰੇਮੀ ਸਨ। ਮਾਤਾ ਨੇ ਹੌਲੀ ਹੌਲੀ ਬਾਬਾ ਫਰੀਦ ਜੀ ਨੂੰ ਇਸ ਤਰ੍ਹਾਂ ਵਾਹਿਗੁਰੂ ਦੀ ਭਗਤੀ ਵਿੱਚ ਜੋੜਿਆ। ਇੱਕ ਦਿਨ ਮਾਤਾ ਸ਼ੱਕਰ ਰੱਖਣੀ ਭੁੱਲ ਗਈ। ਬਾਬਾ ਫਰੀਦ ਜੀ ਭਗਤੀ ਵਿੱਚ ਲੀਨ ਹੋ ਗਏ। ਐਸੀ ਬਿਰਤੀ ਜੁੜੀ, ਐਸਾ ਮਨ ਵਾਹਿਗੁਰੂ ਦੇ ਨਾਲ ਜੁੜਿਆ, ਜਿਵੇਂ ਭਗਤ ਨਾਮਦੇਵ ਜੀ ਨੇ ਲਿਖਿਆ ਹੈ, ਸੋਇਨੇ ਕੀ ਸੂਈ ਰੂਪੇ ਕਾ ਤਾਗਾ, ਨਾਮੇ ਕਾ ਚਿਤ ਹਰ ਸਹੁ ਲਾਗਾ। ਸੋਨੇ ਦੀ ਸੂਈ ਸ਼ੁੱਧ ਬਿਰਤੀ ਹੈ। ਵਾਹਿਗੁਰੂ ਦੇ ਨਾਮ ਦਾ ਤਾਗਾ ਜਦੋਂ ਇਸ ਦੇ ਵਿੱਚ ਪਰੋਲਿਆ ਜਾਵੇ ਤੇ ਫਿਰ ਇਹ ਟੁੱਟੇ ਮਨ ਨੂੰ ਵੀ ਵਾਹਿਗੁਰੂ ਦੇ ਨਾਲ ਜੋੜ ਦਿੰਦਾ ਹੈ। ਹੁਣ ਬਾਬਾ ਫਰੀਦ ਜੀ ਜਦੋਂ ਭਗਤੀ ਵਿੱਚ ਲੀਨ ਹੋਏ, ਐਸਾ ਮਨ ਜੁੜਿਆ, ਐਸਾ ਆਨੰਦ ਪ੍ਰਾਪਤ ਹੋਇਆ, ਆਨੰਦੋ ਆਨੰਦ ਘਣਾ, ਮੈਂ ਸੋ ਪ੍ਰਭ ਡੀਠਾ ਰਾਮ। ਔਰ ਕਹਿੰਦੇ ਨੇ ਫਰੀਦ ਜੀ ਨੂੰ ਉਸ ਦਿਨ ਸਭ ਕੁਝ ਹੀ ਭੁੱਲ ਗਿਆ। ਨਾ ਹੋਰ ਸ਼ੱਕਰ ਖਾਣ ਦਾ ਚੇਤਾ ਹੈ, ਨਾ ਖੰਡ ਖਾਣ ਦੀ ਇੱਛਾ ਹੈ, ਨਾ ਮਿਸ਼ਰੀ ਖਾਣ ਦਾ ਕੋਈ ਖਿਆਲ ਹੈ, ਨਾ ਕਦੀ ਸ਼ਹਿਦ ਵੱਲ ਧਿਆਨ ਜਾਂਦਾ ਹੈ, ਨਾ ਕਦੇ ਦੁੱਧ ਵੱਲ ਸੋਚਦੇ ਨੇ। ਐਸਾ ਬੰਦਗੀ ਦਾ ਰਸ ਆਇਆ। ਸਤਿਗੁਰੂ ਦੇ ਬਚਨ ਹਨ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹੋ ਰਸ ਨਹੀਂ ਪਾਵਾ। ਜਦੋਂ ਮਨੁੱਖ ਦੁਨਿਆਵੀ ਰਸਾਂ ਕਸਾਂ ਨੂੰ ਛੱਡ ਦਿੰਦਾ ਹੈ ਤਾਂ ਇਸ ਨੂੰ ਨਾਮ ਦਾ ਰਸ, ਬੰਦਗੀ ਦਾ ਰਸ ਪ੍ਰਾਪਤ ਹੁੰਦਾ ਹੈ। ਯਾਦ ਰੱਖੋ, ਜਿੰਨਾ ਚਿਰ ਤੱਕ ਸਾਡਾ ਮਨ ਪਦਾਰਥਾਂ ਦੇ, ਨਸ਼ਿਆਂ ਦੇ, ਵਿਸ਼ਿਆਂ ਦੇ ਰਸਾਂ ਨੂੰ ਛੱਡਦਾ ਨਹੀਂ, ਉਨਾ ਚਿਰ ਤੱਕ ਨਾਮ ਦਾ ਰਸ ਵੀ ਨਹੀਂ ਪ੍ਰਾਪਤ ਹੋ ਸਕਦਾ। ਮਹਾਂਪੁਰਖ ਇੱਕ ਬੜੀ ਸੁੰਦਰ ਉਦਾਹਰਣ ਦਿੰਦੇ ਸਨ। ਇੱਕ ਘੋੜੇ ਦਾ ਤਬੇਲਾ ਸੀ। ਉਹਦੇ ਵਿੱਚ ਬਹੁਤ ਸਾਰੀਆਂ ਕੀੜੀਆਂ ਜਾ ਕੇ ਰਹਿਣ ਲੱਗ ਪਈਆਂ ਔਰ ਉਹਨਾਂ ਨੇ ਆਪਣੇ ਖਾਣ ਦੇ ਲਈ ਉੱਥੇ ਭਾਲ ਕੀਤੀ ਵੀ ਇੱਥੇ ਸਾਨੂੰ ਕਿਹੜੀ ਚੀਜ਼ ਮਿਲ ਸਕਦੀ ਹੈ। ਘੋੜਿਆਂ ਦੇ ਤਬੇਲੇ ਦੇ ਵਿੱਚੋਂ ਹੋਰ ਤੇ ਕੁਝ ਵੀ ਨਹੀਂ ਸੀ ਨਸੀਬ ਹੋਇਆ। ਉਹਨਾਂ ਨੇ ਘੋੜਿਆਂ ਦੀ ਲਿੱਦ ਖਾਣੀ ਸ਼ੁਰੂ ਕਰ ਦਿੱਤੀ।
ਘੋੜਿਆਂ ਦੀ ਲਿਦ ਖਾ ਕੇ ਆਪਣੇ ਜੀਵਨ ਦਾ ਨਿਰਵਾਹ ਕਰਨ। ਇੱਕ ਦਿਨ ਦੀ ਵਾਰਤਾ ਹੈ। ਇੱਕ ਬੜੀ ਸਿਆਣੀ ਕੀੜੀ ਸੀ। ਉਹਨੇ ਮਨ ਵਿੱਚ ਸੋਚਿਆ, ਹੁਣ ਅਸੀਂ ਕੇਵਲ ਘੋੜਿਆਂ ਦੀ ਲਿਦ ਖਾ ਕੇ ਹੀ ਜੀਵਨ ਦਾ ਨਿਰਵਾਹ ਕਰ ਰਹੀਆਂ ਹਾਂ, ਕੀ ਇਸ ਤੋਂ ਹੋਰ ਮਿੱਠਾ ਰਸ ਨਹੀਂ ਕੋਈ ਹੋ ਸਕਦਾ? ਉਹਦੀ ਭਾਲ ਕਰਨੀ ਚਾਹੀਦੀ ਹੈ। ਉਹ ਸਿਆਣੀ ਕੀੜੀ ਮਿੱਠੇ ਰਸ ਦੀ ਭਾਲ ਵਿੱਚ ਨਿਕਲੀ। ਜਦੋਂ ਕੋਈ ਆਦਮੀ ਉੱਦਮ ਕਰਦਾ ਹੈ, ਹਿੰਮਤ ਕਰਦਾ ਹੈ, ਤੇ ਵਾਹਿਗੁਰੂ ਵੀ ਨਾਲ ਬਖਸ਼ਿਸ਼ ਕਰ ਦਿੰਦੇ। ਹੁਣ ਉਸ ਕੀੜੀ ਨੇ ਹਿੰਮਤ ਕੀਤੀ, ਮਿੱਠੇ ਰਸ ਦੀ ਤਲਾਸ਼ ਵਿੱਚ ਨਿਕਲੀ। ਆਖਰ ਉਸ ਨੂੰ ਇੱਕ ਮਿਸ਼ਰੀ ਦਾ ਪਹਾੜ ਲੱਭ ਗਿਆ। ਜਦੋਂ ਉਸ ਕੀੜੀ ਨੇ ਮਿਸ਼ਰੀ ਦੇ ਪਹਾੜ ਦੇ ਰਸ ਨੂੰ ਚਖਿਆ, ਬਹੁਤ ਹੀ ਮਿੱਠਾ ਰਸ ਸੀ। ਬੜੀ ਪ੍ਰਸੰਨ ਹੋਈ। ਫਿਰ ਮਨ ਵਿੱਚ ਖਿਆਲ ਆਇਆ, ਇਹ ਜਿਹੜਾ ਮਿਸ਼ਰੀ ਦਾ ਰਸ ਹੈ, ਇਹ ਇੰਨਾ ਮਿੱਠਾ ਹੈ, ਕਿਉਂ ਨਾ ਮੈਂ ਦੂਸਰੀਆਂ ਕੀੜੀਆਂ ਨੂੰ ਵੀ, ਆਪਣੀਆਂ ਭੈਣਾਂ ਨੂੰ ਵੀ ਨਾਲ ਹੀ ਲੈ ਆਵਾਂ, ਉਹ ਵੀ ਮਿਸ਼ਰੀ ਦੇ ਮਿੱਠੇ ਰਸ ਨੂੰ ਚਖ ਲੈਣ। ਇਸ ਖਿਆਲ ਦੇ ਨਾਲ ਉਹ ਸਿਆਣੀ ਕੀੜੀ ਫਿਰ ਘੋੜਿਆਂ ਦੇ ਤਬੇਲੇ ਵਿੱਚ ਆਈ ਤੇ ਜਾ ਕੇ ਦੂਸਰੀਆਂ ਕੀੜੀਆਂ ਨੂੰ ਕਹਿਣ ਲੱਗੀ, ਭੈਣੋ ਆਓ ਮੇਰੇ ਨਾਲ, ਇੱਕ ਬਹੁਤ ਹੀ ਮਿੱਠਾ ਰਸ ਮੈਂ ਤੁਹਾਨੂੰ ਚਖਾਵਾਂਗੀ। ਸਾਰੀਆਂ ਕੀੜੀਆਂ ਉਹਦੇ ਪਿੱਛੇ ਲੱਗ ਤੁਰੀਆਂ, ਮਿਸ਼ਰੀ ਦੇ ਪਹਾੜ ਕੋਲ ਪਹੁੰਚ ਗਈਆਂ। ਜਦੋਂ ਉਹਨਾਂ ਮਿਸ਼ਰੀ ਦਾ ਰਸ ਚਖਣਾ ਸ਼ੁਰੂ ਕੀਤਾ ਤੇ ਉਹਨਾਂ ਨੂੰ ਵੀ ਮਿਸ਼ਰੀ ਦਾ ਮਿੱਠਾ ਰਸ, ਮਿੱਠਾ ਸਵਾਦ ਆਉਣ ਲੱਗਿਆ। ਸਿਆਣੀ ਕੀੜੀ ਪੁੱਛਣ ਲੱਗੀ, ਅੱਛਾ ਤੁਸੀਂ ਇਹ ਦੱਸੋ, ਤੁਹਾਨੂੰ ਮਿਸ਼ਰੀ ਦਾ ਸਵਾਦ ਕਿੰਨਾ ਕੁ ਮਿੱਠਾ ਅਨੁਭਵ ਹੋ ਰਿਹਾ ਹੈ? ਤਾਂ ਉਹਨਾਂ ਕੀੜੀਆਂ ਨੇ ਅੱਗੋਂ ਆਖਿਆ ਕਿ ਠੀਕ ਹੈ, ਮਿਸ਼ਰੀ ਦਾ ਰਸ ਹੈ ਤੇ ਬਹੁਤ ਮਿੱਠਾ, ਪਰ ਥੋੜ੍ਹਾ ਥੋੜ੍ਹਾ ਕੌੜਾ ਤੇ ਕਸੈਲਾ ਰਸ ਵੀ ਇਹਦਾ ਆ ਰਿਹਾ ਹੈ। ਇਹ ਗੱਲ ਸੁਣ ਕੇ ਸਿਆਣੀ ਕੀੜੀ ਹੈਰਾਨ ਹੋਈ, ਬਈ ਇਹ ਤੇ ਕੋਈ ਕਾਰਨ ਹੋਰ ਜਾਪਦਾ ਹੈ। ਮਿਸ਼ਰੀ ਦਾ ਰਸ ਤੇ ਮਿੱਠਾ ਰਸ ਹੀ ਹੈ, ਪਰ ਇਹਨਾਂ ਨੂੰ ਕੌੜਾ ਤੇ ਕਸੈਲਾ ਰਸ ਕਿਉਂ ਆ ਰਿਹਾ ਹੈ? ਉਸਨੇ ਜਰਾ ਨੇੜੇ ਹੋ ਕੇ ਦੇਖਿਆ, ਕੀੜੀਆਂ ਘੋੜੇ ਦੇ ਤਬੇਲੇ ਵਿੱਚੋਂ ਆਈਆਂ ਸਨ ਤੇ ਲੈਦੇ ਡੱਕੇ ਉਹਨਾਂ ਦੇ ਮੂੰਹ ਦੇ ਵਿੱਚ ਹੀ ਫਸੇ ਹੋਏ ਸਨ। ਹੁਣ ਜਦੋਂ ਮਿਸ਼ਰੀ ਦਾ ਰਸ ਚਖਦੀਆਂ ਤੇ ਨਾਲ ਨਾਲ ਉਹ ਲੈਦੇ ਡੱਕਿਆਂ ਦਾ ਕੌੜਾ ਕਸੈਲਾ ਰਸ ਤੇ ਆਉਣਾ ਹੀ ਸੀ। ਸਿਆਣੀ ਕੀੜੀ ਸਮਝ ਗਈ ਤਾਂ ਉਸਨੇ ਉਹਨਾਂ ਨੂੰ ਆਖਿਆ, ਭੈਣੋ ਜੇ ਤੁਸੀਂ ਮਿਸ਼ਰੀ ਦਾ ਅਸਲੀ ਮਿੱਠਾ ਰਸ ਮੰਨਣਾ ਹੈ, ਆਹ ਲੈਦੇ ਡੱਕੇ ਬਾਹਰ ਕੱਢਣੇ ਪੈਣਗੇ। ਤੁਸੀਂ ਲੈਦੇ ਡੱਕਿਆਂ ਨੂੰ ਬਾਹਰ ਕੱਢ ਕੇ, ਕੁਰਲੀਆਂ ਕਰਕੇ, ਮੂੰਹ ਧੋ ਕੇ, 5 ਇਸ਼ਨਾਨਾਂ ਕਰਕੇ ਆਓ, ਫਿਰ ਮਿਸ਼ਰੀ ਦਾ ਰਸ ਚੱਖ ਕੇ ਵੇਖਣਾ, ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮਿਸ਼ਰੀ ਦਾ ਰਸ ਕਿੰਨਾ ਮਿੱਠਾ ਰਸ ਹੈ। ਉਹਨਾਂ ਕੀੜੀਆਂ ਨੇ ਉਹ ਸਿਆਣੀ ਕੀੜੀ ਦੀ ਗੱਲ ਮੰਨੀ, ਲੈਦੇ ਡੱਕੇ ਬਾਹਰ ਸੁੱਟ ਦਿੱਤੇ, ਮੂੰਹ ਧੋਤਾ, 5 ਇਸ਼ਨਾਨਾ ਕੀਤਾ। ਜਦੋਂ ਆ ਕੇ ਫਿਰ ਮਿਸ਼ਰੀ ਦੇ ਪਹਾੜ ਨੂੰ ਚਖਿਆ ਤੇ ਉੱਥੇ ਹੀ ਮਗਨ ਹੋ ਗਈਆਂ। ਉਹਨਾਂ ਨੂੰ ਹੋਰ ਸਾਰਾ ਚੇਤਾ ਹੀ ਭੁੱਲ ਗਿਆ। ਮਹਾਂਪੁਰਖ ਇਸ ਦ੍ਰਿਸ਼ਟਾਂਤ ਦੁਆਰਾ ਸਾਨੂੰ ਇਹ ਸਿੱਖਿਆ ਦਿੰਦੇ ਸਨ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹੋ ਰਸ ਨਹੀਂ ਪਾਵਾ। ਹੁਣ ਜਿੰਨਾ ਚਿਰ ਤੱਕ ਕੀੜੀਆਂ ਨੇ ਲੈਦੇ ਡੱਕਿਆਂ ਨੂੰ ਬਾਹਰ ਨਹੀਂ ਕੱਢਿਆ, ਉਹਨਾਂ ਚਿਰ ਤੱਕ ਮਿਸ਼ਰੀ ਦਾ ਅਸਲੀ ਮਿੱਠਾ ਰਸ ਉਹਨਾਂ ਨੂੰ ਨਹੀਂ ਸੀ ਪ੍ਰਾਪਤ ਹੋ ਸਕਿਆ। ਤੇ ਜਦੋਂ ਉਹਨਾਂ ਨੇ ਮਿਸ਼ਰੀ ਦਾ ਮਿੱਠਾ ਰਸ ਚਖ ਲਿਆ ਤੇ ਫਿਰ ਉਹਨਾਂ ਨੂੰ ਹੋਰ ਕੋਈ ਕੌੜਾ ਕਸੈਲਾ ਰਸ ਖਾਣ ਦੀ ਇੱਛਾ ਹੀ ਖਤਮ ਹੋ ਗਈ। ਇਸੇ ਤਰ੍ਹਾਂ ਜਿਹੜਾ ਮਨੁੱਖ ਹੈ, ਪਹਿਲੇ ਪਹਿਲ ਆ ਜਿਹੜੇ ਵਿਸ਼ੇ ਨੇ, ਪਦਾਰਥ ਨੇ, ਨਸ਼ੇ ਹਨ, ਇਹ ਵੀ ਲਿੱਦ ਦੇ ਡੱਕੇ ਹੀ ਨੇ। ਇਹਨਾਂ ਦੇ ਖਾਣ ਦੇ ਵਿੱਚ ਮਨੁੱਖ ਇੰਨਾ ਮਗਨ ਹੋ ਜਾਂਦਾ ਹੈ। ਕਈ ਮਨੁੱਖ ਨਸ਼ਿਆਂ ਵਿਸ਼ਿਆਂ ਦੇ ਇੰਨੇ ਆਦੀ ਹੋ ਜਾਂਦੇ ਹਨ, ਉਹਨਾਂ ਨੂੰ ਹੋਰ ਕੁਝ ਚੰਗਾ ਹੀ ਨਹੀਂ ਲੱਗਦਾ। ਅੱਠੇ ਪੈਰ ਸ਼ਰਾਬਾਂ, ਕਬਾਬਾਂ, ਨਸ਼ਿਆਂ ਵਿਸ਼ਿਆਂ ਦੇ ਵਿੱਚ ਹੀ
ਮਦਹੋਸ਼ ਹੋਏ ਰਹਿੰਦੇ ਨੇ। ਪਰ ਜਦੋਂ ਕੋਈ ਗੁਰਮੁਖ ਰੂਹ ਉਹਨਾਂ ਨੂੰ ਮਿਲ ਜਾਂਦੀ ਹੈ, ਉਹ ਉਹਨਾਂ ਨੂੰ ਸਿੱਖਿਆ ਦਿੰਦੀ ਹੈ, ਪ੍ਰੇਰਣਾ ਕਰਦੀ ਹੈ ਬਈ ਤੁਸੀਂ ਕੀ ਇਹਨਾਂ ਨਸ਼ਿਆਂ ਵਿਸ਼ਿਆਂ ਦੇ ਵਿੱਚ ਹੀ ਜ਼ਿੰਦਗੀ ਬਰਬਾਦ ਕਰਕੇ ਚਲੇ ਜਾਓਗੇ? ਕੋਈ ਇਹਨਾਂ ਤੋਂ ਪਰੇ ਹੋਰ ਵੀ ਤਾਂ ਉੱਤਮ ਰਸ ਹੈ, ਹੋਰ ਵੀ ਤਾਂ ਕੋਈ ਮਿੱਠਾ ਰਸ ਹੈ, ਤੁਸੀਂ ਉਹਨੂੰ ਵੀ ਚੱਖ ਕੇ ਦੇਖੋ। ਫਿਰ ਹੌਲੀ ਹੌਲੀ ਜਿਹੜੇ ਮਨਮੁਖ ਬੰਦੇ ਨੇ ਗੁਰੂ ਦੀ ਸੰਗਤ ਵਿੱਚ ਆਉਣ ਲੱਗ ਜਾਂਦੇ ਨੇ। ਜਿਵੇਂ ਜਿਵੇਂ ਉਹ ਸੰਗਤ ਵਿੱਚ ਆਉਂਦੇ ਨੇ, ਇੱਥੇ ਸਤਿਗੁਰੂ ਦੀ ਪਵਿੱਤਰ ਬਾਣੀ ਇਹ ਮਿਸ਼ਰੀ ਦਾ ਪਹਾੜ ਹੈ, ਇਹ ਇੱਕ ਰਸ ਦਾ ਖਜ਼ਾਨਾ ਹੈ। ਜਿਵੇਂ ਜਿਵੇਂ ਅਸੀਂ ਸਤਿਗੁਰੂ ਦੀ ਪਵਿੱਤਰ ਬਾਣੀ ਦੇ ਰਸ ਨੂੰ ਮਾਣਦੇ ਹਾਂ ਤੇ ਫਿਰ ਸਾਨੂੰ ਓਨਾ ਹੀ ਮਿੱਠਾ ਸਵਾਦ ਆਨੰਦ ਪ੍ਰਾਪਤ ਹੁੰਦਾ ਹੈ। ਕਈ ਵਾਰੀ ਸਾਡਾ ਪਿਛਲਾ ਸੁਭਾਵ ਨਹੀਂ ਜਾਂਦਾ, ਅਸੀਂ ਗੁਰੂ ਘਰ ਦੇ ਵਿੱਚ ਵੀ ਆ ਜਾਂਦੇ ਹਾਂ, ਪਰ ਬਾਅਦ ਵਿੱਚ ਜਾ ਕੇ ਆਪਣੇ ਘਰਾਂ ਦੇ ਵਿੱਚ ਉਹਨਾਂ ਅਖਾਦ ਪਦਾਰਥਾਂ ਨੂੰ ਵੀ, ਨਸ਼ਿਆਂ ਵਿਸ਼ਿਆਂ ਨੂੰ ਵੀ ਵਰਤਦੇ ਹਾਂ। ਉਹ ਲੈਦੇ ਡੱਕਿਆਂ ਨੂੰ ਅਸੀਂ ਮੂੰਹ ਵਿੱਚੋਂ ਪੂਰੀ ਤਰ੍ਹਾਂ ਕੱਢਦੇ ਨਹੀਂ ਤੇ ਫਿਰ ਸਾਨੂੰ ਕਈ ਵਾਰੀ ਕੌੜਾ ਤੇ ਕਸੈਲਾ ਸਵਾਦ ਵੀ ਦੇਖਣਾ ਪੈਂਦਾ ਹੈ। ਕਦੇ ਕਰਮਾਂ ਦੇ ਵਿੱਚ ਸੁੱਖ ਤੇ ਕਦੇ ਦੁੱਖ ਵੀ ਆਉਂਦਾ ਹੈ, ਕਿਉਂਕਿ ਹਾਲੇ ਪੂਰੀ ਤਰ੍ਹਾਂ ਅਸੀਂ ਵਿਸ਼ਿਆਂ ਤੋਂ, ਨਸ਼ਿਆਂ ਤੋਂ ਮੁਕਤ ਨਹੀਂ ਹੋਏ। ਹਾਂ, ਜਦੋਂ ਵਾਹਿਗੁਰੂ ਦੀ, ਸਤਿਗੁਰੂ ਦੀ ਨਜ਼ਰੇ ਕਰਮ ਹੋ ਜਾਂਦੀ, ਬਹੁਤਾ ਕਰਮ ਲਿਖਿਆ ਨਾ ਜਾਏ। ਜਦੋਂ ਸਤਿਗੁਰੂ ਦੀ ਨਜ਼ਰੇ ਕਰਮ ਹੋ ਜਾਂਦੀ ਹੈ ਤੇ ਫਿਰ ਮਨੁੱਖ ਇੱਕੋ ਵਾਰੀ ਸਾਰੇ ਨਸ਼ਿਆਂ ਵਿਸ਼ਿਆਂ ਨੂੰ ਤਿਆਗ ਦਿੰਦਾ ਹੈ, ਅੰਮ੍ਰਿਤ ਛਕ ਕੇ ਗੁਰੂ ਵਾਲਾ ਹੋ ਜਾਂਦਾ ਹੈ। ਫਿਰ ਜਦੋਂ ਉਹ ਬਾਣੀ ਦੇ ਨਾਲ ਜੁੜਦਾ ਹੈ, ਨਿਤਨੇਮ ਕਰਦਾ ਹੈ, ਸਿਮਰਨ ਨਾਮ ਅਭਿਆਸ ਕਰਦਾ ਹੈ, ਜਾਂ ਸੰਗਤ ਵਿੱਚ ਆ ਕੇ ਬਾਣੀ, ਕੀਰਤਨ, ਕਥਾ ਨੂੰ ਸਰਵਣ ਕਰਦਾ ਹੈ, ਫਿਰ ਉਹਨੂੰ ਅਕਹਿ ਆਨੰਦ ਪ੍ਰਾਪਤ ਹੋ ਜਾਂਦਾ ਹੈ, ਜਿਸ ਦੇ ਬਾਰੇ ਕੁਝ ਵੀ ਨਹੀਂ ਆਖਿਆ ਜਾ ਸਕਦਾ। ਬਹੁਤਾ ਕਰਮ ਲਿਖਿਆ ਨਾ ਜਾਏ। ਵਾਹਿਗੁਰੂ ਦੀ ਬਖਸ਼ਿਸ਼ ਦਾ ਫਲ ਇੰਨਾ ਮਹਾਨ ਹੁੰਦਾ ਹੈ ਔਰ ਉਹ ਅੱਖਰਾਂ ਦੇ ਨਾਲ ਲਿਖਿਆ ਨਹੀਂ ਜਾ ਸਕਦਾ। ਵਿਚਾਰ ਚੱਲ ਰਹੀ ਸੀ, ਬਾਬਾ ਫਰੀਦ ਜੀ ਬੰਦਗੀ ਕਰ ਰਹੇ ਸਨ। ਜਦੋਂ ਉਹਨਾਂ ਨੂੰ ਬੰਦਗੀ ਦਾ ਰਸ ਆਇਆ, ਉਹ ਸਾਰੇ ਰਸ ਕਸ ਉਹਨਾਂ ਨੂੰ ਤੁਸ਼ ਜਾਪਣ ਲੱਗ ਪਏ ਤੇ ਇਹਨਾਂ ਮਨ ਦੇ ਵਿੱਚ ਵੈਰਾਗ ਫੁੱਟਿਆ, ਅੱਖਾਂ ਦੇ ਵਿੱਚੋਂ, ਨੇਤਰਾਂ ਵਿੱਚੋਂ ਨੀਰ ਵਗ ਤੁਰਿਆ। ਲਗਾਤਾਰ ਬਾਬਾ ਫਰੀਦ ਜੀ ਵੈਰਾਗ ਤੇ ਪ੍ਰੇਮ ਦੇ ਵਿੱਚ ਭਿੱਜੇ ਹੋਏ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਹੇ ਹਨ ਤੇ ਨਾਲ ਪਛਤਾਵਾ ਵੀ ਕਰ ਰਹੇ ਹਨ ਕਿ ਮੈਂ ਤੇ ਆਪਣੀ ਪਿਛਲੀ ਸਾਰੀ ਜ਼ਿੰਦਗੀ ਪਦਾਰਥਾਂ ਦੇ ਰਸਾਂ ਦੇ ਵਿੱਚ ਹੀ ਗਵਾ ਦਿੱਤੀ। ਅੱਜ ਵਾਹਿਗੁਰੂ ਦੀ ਕਿਰਪਾ ਹੋਈ ਹੈ, ਅੱਜ ਅਸਲੀ ਜੀਵਨ ਦਾ ਰਸ, ਜੀਵਨ ਦਾ ਆਨੰਦ, ਨਾਮ ਦਾ ਰਸ, ਬੰਦਗੀ ਦਾ ਰਸ ਪ੍ਰਾਪਤ ਹੋਇਆ ਹੈ। ਸਾਡੀ ਤੇ ਅੱਜ ਹੀ ਜ਼ਿੰਦਗੀ ਸਫਲ ਹੋਈ ਹੈ। ਜਦੋਂ ਬਾਬਾ ਫਰੀਦ ਜੀ ਵੈਰਾਗ ਦੇ ਵਿੱਚ ਰੋ ਰਹੇ ਸਨ ਤੇ ਅਚਾਨਕ ਮਾਤਾ ਨੇ ਆ ਕੇ ਵੇਖਿਆ, ਮਾਤਾ ਬਹੁਤ ਹੈਰਾਨ ਪਰੇਸ਼ਾਨ ਹੋਈ। ਉਹਨੇ ਸੋਚਿਆ ਬਈ ਸ਼ਾਇਦ ਬਾਬਾ ਫਰੀਦ ਜੀ ਅੱਜ ਰੋ ਰਹੇ ਹਨ, ਸ਼ਾਇਦ ਇਸ ਲਈ ਰੋ ਰਹੇ ਹਨ ਕਿ ਮੈਂ ਅੱਜ ਇਹਨਾਂ ਨੂੰ ਖਾਣ ਲਈ ਕੁਝ ਨਹੀਂ ਦੇ ਸਕੀ। ਪਰ ਭੋਲੀ ਮਾਂ ਨੂੰ ਕੀ ਪਤਾ ਸੀ ਬਾਬਾ ਫਰੀਦ ਜੀ ਦੀ ਅੱਜ ਕਿੰਨੀ ਵੱਡੀ ਉਸ ਵਾਹਿਗੁਰੂ ਪਰਮੇਸ਼ਰ ਦੀ ਬਖਸ਼ਿਸ਼ ਹੋ ਗਈ ਹੈ। ਫਰੀਦ ਜੀ ਦੀ ਮਾਤਾ ਨੇ ਬੜੇ ਸੋਹਣੇ ਮਿੱਠੇ ਪਦਾਰਥ ਲਿਆ ਕੇ ਅੱਗੇ ਰੱਖੇ। ਕਹਿਣ ਲੱਗੀ, ਪੁੱਤਰ ਰੋ ਨਾ, ਜਿਹੜੀ ਵੀ ਚੀਜ਼ ਤੈਨੂੰ ਚੰਗੀ ਲੱਗਦੀ ਉਹ ਖਾ। ਬਾਬਾ ਫਰੀਦ ਜੀ ਆਪਣੇ ਆਨੰਦ ਵਿੱਚ ਸਨ ਤਾਂ ਉਹਨਾਂ ਨੇ ਉਸ ਵੇਲੇ ਇਹ ਸ਼ਲੋਕ ਉਚਾਰਨ ਕੀਤਾ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਬਾਬਾ ਜੀ ਕਹਿਣ ਲੱਗੇ, ਮਾਤਾ ਠੀਕ ਹੈ, ਜਿੱਥੇ ਤੂੰ ਮੈਨੂੰ ਲਾਉਣਾ ਸੀ, ਜਿੱਥੇ ਤੂੰ ਮੈਨੂੰ ਪਹੁੰਚਾਉਣਾ ਸੀ, ਉੱਥੇ ਪਹੁੰਚਾ ਦਿੱਤਾ ਹੈ। ਹੁਣ ਪਰਚਾਉਣ ਦੀ ਲੋੜ ਨਹੀਂ, ਹੁਣ ਵਰਚਾਉਣ ਦੀ ਲੋੜ ਨਹੀਂ।
ਜੋ ਕੁਝ ਅਸਲੀ ਜੀਵਨ ਦਾ ਆਨੰਦ ਸੀ ਉਹ ਮੈਨੂੰ ਅੱਜ ਪ੍ਰਾਪਤ ਹੋਇਆ ਹੈ। ਆ ਜੋ ਪਦਾਰਥ ਤੂੰ ਲਿਆ ਕੇ ਮੇਰੇ ਸਾਹਮਣੇ ਰੱਖੇ ਨੇ, ਮੇਰੇ ਲਈ ਸਾਰੇ ਹੀ ਫਿੱਕੇ ਜਾਪਦੇ ਨੇ। ਚਾਹੇ ਉਹ ਸ਼ੱਕਰ ਹੈ, ਚਾਹੇ ਖੰਡ ਹੈ, ਚਾਹੇ ਨਵਾਤ ਮਿਸ਼ਰੀ ਹੈ, ਚਾਹੇ ਉਹ ਸ਼ਹਿਦ ਹੈ, ਚਾਹੇ ਮਈਆਂ ਦਾ ਦੁੱਧ ਹੈ। ਬਾਬਾ ਜੀ ਕਹਿਣ ਲੱਗੇ, ਸਭੇ ਵਸਤੂ ਮਿੱਠੀਆਂ। ਮਾਤਾ ਜੀ, ਇਹ ਸਾਰੀਆਂ ਚੀਜ਼ਾਂ ਪਹਿਲਾਂ ਤੇ ਸਾਨੂੰ ਮਿੱਠੀਆਂ ਜਾਪਦੀਆਂ ਸਨ। ਪਹਿਲਾਂ ਤੇ ਇਹਨਾਂ ਦੇ ਵਿੱਚੋਂ ਵੀ ਸਾਨੂੰ ਰਸ ਪ੍ਰਾਪਤ ਹੁੰਦਾ ਸੀ, ਪਰ ਅੱਜ ਜੋ ਸਾਨੂੰ ਵਾਹਿਗੁਰੂ ਦੀ ਬੰਦਗੀ ਦਾ ਰਸ ਪ੍ਰਾਪਤ ਹੋਇਆ ਹੈ, ਰੱਬ ਨਾ ਪੁੱਜਣ ਤੁਧ ਅੱਜ ਇਹ ਉਸ ਵਾਹਿਗੁਰੂ ਪਰਮੇਸ਼ਰ ਦੇ ਰਸ ਦੇ ਬਰਾਬਰ ਨਹੀਂ ਪਹੁੰਚ ਸਕਦੇ। ਇਸ ਲਈ ਮਾਤਾ ਜੀ, ਮੈਂ ਤੁਹਾਡਾ ਪਰਉਪਕਾਰ ਸਮਝਦਾ ਹਾਂ। ਇਉਂ ਵਾਹਿਗੁਰੂ ਪਰਮੇਸ਼ਰ ਦੀ ਜਦੋਂ ਕਿਸੇ ਤੇ ਬਖਸ਼ਿਸ਼ ਹੋ ਜਾਵੇ ਨਾ, ਉਹ ਇੰਨੀ ਮਹਾਨ ਹੁੰਦੀ ਹੈ, ਉਸ ਨੂੰ ਲਿਖਿਆ ਨਹੀਂ ਜਾ ਸਕਦਾ। ਇੱਕ ਹੋਰ ਵੀ ਸਾਖੀ ਆਉਂਦੀ ਹੈ। ਕੁਛ ਦੇਰ ਲਈ ਬਾਬਾ ਫਰੀਦ ਜੀ ਫਿਰ ਤਪੱਸਿਆ ਕਰਨ ਵਾਸਤੇ ਚਲੇ ਗਏ। ਕਈ ਸਾਲਾਂ ਤੋਂ ਬਾਅਦ ਫਿਰ ਆਪਣੀ ਮਾਤਾ ਨੂੰ ਮਿਲਣ ਵਾਸਤੇ ਆਏ। ਮਾਤਾ ਨੇ ਸੰਕਲਪ ਕੀਤਾ ਵੀ ਮੇਰਾ ਪੁੱਤਰ ਬੜੀ ਦੇਰ ਤੋਂ ਬਾਅਦ ਘਰ ਆਇਆ ਹੈ, ਜੇ ਮੈਂ ਉਸ ਨੂੰ ਇਸ ਦਾ ਮੂੰਹ ਮਿੱਠਾ ਕਰਵਾ ਦੇਵਾਂ ਤਾਂ ਮੇਰੇ ਮਨ ਨੂੰ ਖੁਸ਼ੀ ਹੋ ਸਕਦੀ ਹੈ। ਤੇ ਉਸ ਨੇ ਵਾਹਿਗੁਰੂ ਦੇ ਅੱਗੇ ਬੇਨਤੀ ਕੀਤੀ, ਹੈ ਵਾਹਿਗੁਰੂ, ਜੇ ਅੱਜ ਪਾਈਆ ਘਿਓ ਤੇ ਪਾਈਆ ਖੰਡ ਮੈਨੂੰ ਮਿਲ ਜਾਵੇ, ਮੈਂ ਆਪਣੇ ਪੁੱਤਰ ਦਾ ਮੂੰਹ ਮਿੱਠਾ ਕਰਵਾਵਾਂ, ਕਿਉਂਕਿ ਉਹ ਬੰਦਗੀ ਕਰਕੇ ਆਇਆ। ਮਾਂ ਨੇ ਫੁਰਨਾ ਹੀ ਕੀਤਾ ਸੀ। ਬਾਬਾ ਫਰੀਦ ਜੀ ਤਾਂ ਬਾਹਰ ਗਏ ਹੋਏ ਸਨ। ਮਾਤਾ ਨੇ ਫੁਰਨਾ ਕੀਤਾ। ਉਸੇ ਵੇਲੇ ਅਕਾਲ ਪੁਰਖ ਵਾਹਿਗੁਰੂ ਨੇ ਕੀ ਕੌਤਕ ਵਰਤਾਇਆ। ਇਹ ਕੋਈ ਬਹੁਤ ਵੱਡਾ ਸ਼ਾਹੂਕਾਰ ਆਦਮੀ ਬਾਬਾ ਫਰੀਦ ਜੀ ਦੇ ਘਰ ਆਇਆ ਤੇ ਆ ਕੇ ਕਹਿਣ ਲੱਗਾ, ਮਾਤਾ ਜੀ, ਮੈਨੂੰ ਅਕਾਲ ਪੁਰਖ ਵਾਹਿਗੁਰੂ ਨੇ ਭੇਜਿਆ ਹੈ। ਮੈਂ ਤੁਹਾਡੇ ਲਈ ਘਿਓ ਤੇ ਖੰਡ ਲੈ ਕੇ ਆਇਆ ਹਾਂ, ਦੱਸੋ ਕਿੰਨੀ ਚਾਹੀਦੀ ਹੈ। ਮਾਤਾ ਕਹਿਣ ਲੱਗੀ, ਜਿੰਨੀ ਤੁਹਾਡੀ ਖੁਸ਼ੀ ਹੈ ਓਨੀ ਦੇ ਦਿਓ। ਤਾਂ ਕਹਿੰਦੇ ਨੇ ਉਹ ਸ਼ਾਹੂਕਾਰ ਨੇ ਜਿੰਨੀ ਵੀ ਉਹਦੇ ਕੋਲੇ ਖੰਡ ਸੀ ਤੇ ਘਿਓ ਸੀ, ਸਾਰਾ ਹੀ ਬਾਬਾ ਫਰੀਦ ਜੀ ਦੇ ਘਰੇ ਰੱਖ ਦਿੱਤਾ। ਕਹਿਣ ਲੱਗਿਆ, ਜਿੰਨਾ ਲੋੜ ਹੈ ਛਕ ਲੈਣਾ ਤੇ ਛਕਾ ਦੇਣਾ, ਕਦੇ ਤੋਟ ਨਹੀਂ ਆਵੇਗੀ। ਇਹਨੇ ਬਚਨ ਕਹਿ ਕੇ ਸ਼ਾਹੂਕਾਰ ਤੇ ਚਲਾ ਗਿਆ। ਬਾਬਾ ਫਰੀਦ ਜੀ ਘਰ ਆਏ। ਮਾਤਾ ਨੇ ਸ਼ੱਕਰ ਘਿਓ ਰਲਾ ਕੇ ਜਦੋਂ ਬਾਬਾ ਫਰੀਦ ਜੀ ਨੂੰ ਦੇਣਾ ਚਾਹਿਆ ਤੇ ਬਾਬਾ ਫਰੀਦ ਜੀ ਦੀ ਸੁਰਤ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜੀ। ਕਹਿਣ ਲੱਗੇ, ਮਾਤਾ ਜੀ, ਇਹ ਕੀ ਮੈਨੂੰ ਦੇ ਰਹੇ ਹੋ? ਮਾਤਾ ਕਹਿਣ ਲੱਗੀ, ਮੈਂ ਸ਼ੱਕਰ ਤੇ ਘਿਓ, ਇਹ ਖੰਡ ਘਿਓ ਤੁਹਾਨੂੰ ਛਕਾ ਰਹੀ ਹਾਂ। ਬਾਬਾ ਫਰੀਦ ਜੀ ਕਹਿਣ ਲੱਗੇ, ਇਹਦੀ ਕੀ ਲੋੜ ਸੀ? ਤਾਂ ਮਾਤਾ ਨੇ ਸੱਚੋ ਸੱਚ ਦੱਸ ਦਿੱਤਾ। ਕਹਿਣ ਲੱਗੀ, ਮੈਂ ਉਸ ਵਾਹਿਗੁਰੂ ਦੇ ਪਾਸੋਂ ਪਾਈਆ ਘਿਓ ਤੇ ਪਾਈਆ ਖੰਡ ਮੰਗੀ ਸੀ। ਤੇ ਫਿਰ ਉਹ ਕਹਿੰਦੇ ਵਾਹਿਗੁਰੂ ਨੇ ਮਣਾ ਮੋਹੀ ਖੰਡ ਘਿਓ ਘੱਲ ਦਿੱਤਾ ਹੈ ਤੇ ਨਾਲ ਇਹ ਆਖਿਆ, ਜਿੰਨਾ ਮਰਜੀ ਛਕੀ ਛਕਾਈ ਜਾਇਓ, ਖਾਵੈ ਹੈ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈਏ, ਕਦੇ ਮੁੱਕਣ ਵਾਲਾ ਨਹੀਂ ਹੈ। ਔਰ ਇੱਥੇ ਅੰਬਾਰ ਲੱਗ ਗਏ ਨੇ। ਬਾਬਾ ਫਰੀਦ ਜੀ ਕਹਿਣ ਲੱਗੇ, ਮਾਂ ਤੂੰ ਭੋਲੀ ਸੀ। ਜਿਹੜੇ ਫਕੀਰ ਹੁੰਦੇ ਨੇ, ਜਿਨ੍ਹਾਂ ਨੇ ਬੰਦਗੀ ਕਰਨੀ ਹੁੰਦੀ ਹੈ, ਉਹਨਾਂ ਨੂੰ ਤੇ ਰੁੱਖਾ ਮਿੱਸਾ ਹੀ ਭੋਜਨ ਅੱਛਾ ਹੁੰਦਾ। ਬਾਬਾ ਫਰੀਦ ਜੀ ਦੇ ਬਚਨ ਹਨ, ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਜਦੋਂ ਆਪਾਂ ਬਹੁਤੀਆਂ ਚੋਪੜੀਆਂ ਖਾਂਦੇ ਹਾਂ ਤੇ ਉਹਦੇ ਨਾਲ ਫਿਰ ਨੀਂਦ ਵੀ, ਆਲਸ ਵੀ ਵਧੇਰੇ ਆਉਂਦੀ ਹੈ। ਭਜਨ ਨਹੀਂ ਹੁੰਦਾ, ਨਾ ਸੇਵਾ ਤੇ ਨਾ ਕੋਈ ਹੋਰ ਕੰਮ ਹੋਵੇ। ਇਸੇ ਲਈ ਰੁੱਖੀ ਸੁੱਖੀ ਖਾ ਕੇ ਨਾਲੇ ਸਿਹਤ ਵੀ ਤੰਦਰੁਸਤ ਤੇ ਨਾਲੇ ਬੰਦਗੀ ਵਿੱਚ ਵੀ ਮਨ ਵਧੇਰੇ ਜੁੜਦਾ ਹੈ।
ਇਸੇ ਲਈ ਬਾਬਾ ਫਰੀਦ ਜੀ ਨੇ ਮਾਤਾ ਨੂੰ ਆਖਿਆ ਸੀ, ਮਾਤਾ ਜੀ ਜਿਸ ਮਨੁੱਖ ਨੇ ਬੰਦਗੀ ਕਰਨੀ ਹੈ ਉਹਨੂੰ ਸਿਰਫ ਆਪਣੇ ਜੀਵਨ ਦੇ ਲਈ ਭੋਜਨ ਚਾਹੀਦਾ। ਅਸੀਂ ਜਿਹੜੇ ਲੋਕ ਹਾਂ ਅਸੀਂ ਬਹੁਤੇ ਸਵਾਦਾਂ ਤੇ ਚਸਕਿਆਂ ਦੇ ਵਿੱਚ ਪੈ ਜਾਂਦੇ ਹਾਂ ਵੀ ਸ਼ਾਇਦ ਇਹਨਾਂ ਵਿੱਚੋਂ ਸਾਨੂੰ ਕੋਈ ਰਸ ਪ੍ਰਾਪਤ ਹੋਵੇਗਾ, ਪਰ ਯਾਦ ਰੱਖੋ ਜਿੰਨਾ ਚਿਰ ਤੱਕ ਪਦਾਰਥਾਂ ਵਿੱਚੋਂ ਰਸ ਦੀ ਅਸੀਂ ਇੱਛਾ ਰੱਖਦੇ ਹਾਂ ਉਹਨਾਂ ਚਿਰ ਨਾਮ ਦਾ ਬਾਣੀ ਦਾ ਰਸ ਨਹੀਂ ਸਾਨੂੰ ਮਿਲ ਸਕਦਾ। ਬਾਬਾ ਫਰੀਦ ਜੀ ਨੂੰ ਹੁਣ ਅਸਲੀ ਨਾਮ ਦਾ ਬੰਦਗੀ ਦਾ ਰਸ ਪ੍ਰਾਪਤ ਹੋਇਆ ਸੀ, ਤਾਂ ਹੀ ਤੇ ਉਹਨਾਂ ਨੇ ਕਹਿ ਦਿੱਤਾ, ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ। ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ ਕੇ ਵਾਹਿਗੁਰੂ ਦਾ ਸਿਮਰਨ ਕਰੋ ਤੇ ਫਿਰ ਦੇਖੋ ਮਨ ਲੱਗਦਾ ਕਿ ਨਹੀਂ ਲੱਗਦਾ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖ ਦੇ ਲਈ ਵੀ ਐਸੇ ਅਸੂਲ ਬਣਾਏ ਨੇ। ਅਲਪ ਹਾਰ ਸਵਲਪ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ ਸੀਲ ਸੰਤੋਖ ਸਦਾ ਨਿਰਬਾਹਿਬੋ ਹੋਵੈਬੋ ਤਿਰਗੁਣ ਅਤੀਤ। ਬਈ ਥੋੜਾ ਖਾਣਾ ਹਲਕਾ ਖਾਣਾ ਹਰ ਗੁਰਸਿੱਖ ਦੇ ਲਈ ਸਿਹਤ ਵਾਸਤੇ ਵੀ ਭਜਨ ਵਾਸਤੇ ਵੀ ਬਹੁਤ ਲਾਭਦਾਇਕ ਹੈ। ਇਹ ਜਿਹੜਾ ਭੋਜਨ ਹੈ ਇਹ ਸਾਡੇ ਸਰੀਰ ਨੂੰ ਕਾਇਮ ਰੱਖਣ ਵਾਸਤੇ ਹੈ ਤੇ ਨਾ ਕਿ ਆਪਾਂ ਇੰਨਾ ਹੀ ਛਕਦੇ ਰਹੀਏ ਜਿਹਦੇ ਨਾਲ ਸਰੀਰ ਵੀ ਬਿਮਾਰ ਹੋ ਜਾਵੇ। ਆਪਾਂ ਇਹ ਤੋਂ ਕੰਮ ਲੈਣਾ, ਇਹ ਤੋਂ ਸੇਵਾ ਲੈਣੀ ਹੈ। ਇਹ ਨਹੀਂ ਵੀ ਇਹਨੂੰ ਬਹੁਤਾ ਖਵਾ ਕੇ ਇਹਨੂੰ ਬੇਕਾਰ ਕਰ ਦੇਣਾ। ਇਸ ਗੱਲ ਦਾ ਹਰ ਗੁਰਸਿੱਖ ਮਾਈ ਭਾਈ ਨੂੰ ਖਿਆਲ ਰੱਖਣਾ ਚਾਹੀਦਾ। ਬਾਬਾ ਫਰੀਦ ਜੀ ਨੇ ਆਖਿਆ, ਮਾਤਾ ਤੂੰ ਵਾਹਿਗੁਰੂ ਕੋਲੋਂ ਇਹ ਪਦਾਰਥ ਕਾਹਦੇ ਲਈ ਮੰਗਣੇ ਸੀ? ਰੁੱਖੀ ਸੁੱਖੀ ਖਾ ਕੇ ਜੀਵਨ ਦਾ ਨਿਰਵਾਹ ਤੇ ਹੋ ਹੀ ਜਾਣਾ ਸੀ। ਮਾਂ ਕਹਿਣ ਲੱਗੀ, ਮਾਂ ਕਿ ਫਰੀਦ ਜੀ ਮੈਂ ਤੇ ਕੇਵਲ ਪਾਇਆ ਹੀ ਇੱਕ ਦਿਨ ਜੋਗਾ ਖੰਡ ਘਿਓ ਮੰਗਿਆ ਸੀ, ਪਰ ਵਾਹਿਗੁਰੂ ਨੇ ਖੁੱਲੀਆਂ ਦਾਤਾਂ ਬਖਸ਼ਿਸ਼ ਕਰ ਦਿੱਤੀਆਂ। ਤਾਂ ਬਾਬਾ ਫਰੀਦ ਜੀ ਕਹਿਣ ਲੱਗੇ, ਮਾਤਾ ਜਿਤਨਾ ਵੱਡਾ ਉਹ ਰੱਬ ਹੈ, ਜਿਤਨਾ ਵੱਡਾ ਉਹ ਅਕਾਲ ਪੁਰਖ ਹੈ, ਉਹਨੇ ਵੱਡੇ ਹੀ ਉਹਦੇ ਪਾਈਏ ਨੇ, ਓਡੀਆਂ ਹੀ ਉਹਦੀਆਂ ਬਖਸ਼ਾਂ ਵੀ ਵੱਡੀਆਂ ਨੇ। ਜੇ ਵੱਡ ਆਪ ਤੇ ਵੱਡ ਤੇਰੀ ਦਾਤ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਫਰਮਾ ਰਹੇ ਹਨ, ਬਹੁਤਾ ਕਰਮ ਲਿਖਿਆ ਨਾ ਜਾਏ। ਉਸ ਅਕਾਲ ਪੁਰਖ ਵਾਹਿਗੁਰੂ ਦੀ ਕਰਮ ਦਾ ਅਰਥ ਹੈ ਬਖਸ਼ਿਸ਼ ਦਾ ਫਲ ਬਹੁਤ ਹੀ ਵੱਡਾ ਹੈ, ਲਿਖਿਆ ਨਾ ਜਾਏ। ਉਹਨੂੰ ਭਾਈ ਅੱਖਰਾਂ ਦੇ ਵਿੱਚ ਲਿਖਿਆ ਨਹੀਂ ਜਾ ਸਕਦਾ। ਜੋ ਵਾਹਿਗੁਰੂ ਪ੍ਰਸੰਨ ਹੋ ਕੇ ਆਪਣੇ ਭਗਤਾਂ ਨੂੰ ਬਖਸ਼ਾਂ ਕਰਦਾ ਹੈ ਔਰ ਉਹ ਇੰਨੀਆਂ ਮਹਾਨ ਨੇ, ਉਹਨਾਂ ਨੂੰ ਲਿਖਿਆ ਨਹੀਂ ਜਾ ਸਕਦਾ। ਵੱਡਾ ਦਾਤਾ ਤਿਲ ਨਾ ਤਮਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਉਹ ਵੱਡਾ ਦਾਤਾ ਹੈ। ਵੱਡਾ ਦਾਤਾ ਹੋਣ ਦੇ ਨਾਲ ਨਾਲ ਉਹਦੇ ਵਿੱਚ ਇੱਕ ਵੱਡੀ ਸਿਫਤ ਵੀ ਹੈ, ਤਿਲ ਨਾ ਤਮਾਏ। ਉਹਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ। ਨਹੀਂ ਹੁਣ ਜਿਹੜੇ ਮਨੁੱਖ ਕੋਈ ਪੁੰਨਦਾਨ ਕਰਦੇ ਵੀ ਹਨ ਉਹਨਾਂ ਦੇ ਮਨ ਦੇ ਵਿੱਚ ਤਮਾ ਹੁੰਦੀ ਹੈ ਬਈ ਸਾਨੂੰ ਵਾਹਿਗੁਰੂ ਹੋਰ ਦੇਵੇ ਤੇ ਅਸੀਂ ਪੁੰਨਦਾਨ ਕਰਦੇ ਰਹੀਏ। ਪਰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਡਾ ਦਾਤਾ ਹੈ ਤੇ ਵੱਡਾ ਦਾਤਾ ਹੋਣ ਦੇ ਨਾਲ ਨਾਲ ਉਹਦੀ ਵੱਡੀ ਸਿਫਤ ਇਹ ਹੈ, ਤਿਲ ਨਾ ਤਮਾਏ। ਉਹਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ, ਉਹ ਦਿੰਦਾ ਹੀ ਦਿੰਦਾ ਹੈ, ਲੈਣ ਦੀ ਕੋਈ ਇੱਛਾ ਨਹੀਂ ਰੱਖਦਾ। ਪਿੱਛੇ ਹਜ਼ੂਰ ਨੇ ਆਖਿਆ ਸੀ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਹਜ਼ੂਰ ਨੇ ਇਹ ਵੀ ਆਖਿਆ ਸੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਵਾਹਿਗੁਰੂ ਵੱਡਾ ਦਾਤਾ ਹੈ। ਵੱਡਾ ਦਾਤਾ ਉਸ ਨੂੰ ਇਸ ਲਈ ਆਖਿਆ ਹੈ, ਜਿਹੜੇ ਬੜੇ ਬੜੇ ਦਾਤੇ ਵੀ ਹਨ ਉਹ ਵੀ ਵਾਹਿਗੁਰੂ ਦੇ ਦਰ ਦੇ ਭਿਖਾਰੀ ਨੇ। ਉਹ ਵਾਹਿਗੁਰੂ ਤੋਂ ਦਾਤਾਂ ਲੈ ਕੇ ਅੱਗੇ ਉਹ ਵੰਡਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਵੱਡਾ ਦਾਤਾ ਹੈ। ਉਹ ਇੰਨਾ ਵੱਡਾ ਦਾਤਾ ਹੈ, ਹਜ਼ੂਰ ਕਹਿੰਦੇ ਨੇ, ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤ ਪਾਲੈ ਨਿਤਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ।
ਉਹ ਵਾਹਿਗੁਰੂ ਇੰਨਾ ਵੱਡਾ ਦਾਤਾ ਹੈ। ਦੇਖ ਲਓ, ਉਸਨੇ 42 ਲੱਖ ਜੀ ਜਲਮੈ ਹੋਤੇ, 42 ਲੱਖ ਕਿਸਮ ਦੇ ਜੀ ਪਾਣੀ ਵਿੱਚ ਨੇ, ਉਹਨਾਂ ਨੂੰ ਵੀ ਰੋਜੀ ਦੇ ਰਿਹਾ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮਹਿ ਜਨ ਤੇ ਉਪਾਇ ਕੈ, ਤਿਨਾ ਪੇ ਰੋਜੀ ਦੇ। ਪਾਣੀ ਵਿੱਚ ਵਾਹਿਗੁਰੂ ਨੇ ਕਿੰਨੇ ਜੀਵ ਪੈਦਾ ਕੀਤੇ ਨੇ ਤੇ ਉਹਨਾਂ ਨੂੰ ਰਿਜ਼ਕ ਵਾਹਿਗੁਰੂ ਪਰਮੇਸ਼ਰ ਦੇ ਰਿਹਾ ਹੈ। ਇਸ ਲਈ ਮਨੁੱਖ ਨੂੰ ਵੀ ਉਸ ਵਾਹਿਗੁਰੂ ਪਰਮੇਸ਼ਰ ਤੇ ਭਰੋਸਾ ਕਰਨਾ ਚਾਹੀਦਾ। ਉਹ ਵੱਡਾ ਦਾਤਾ ਹੈ, ਉਹਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ।